ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਵਿਖੇ ਨਾਦ ਕਰਨ ਸੁਣ ਭੀਨਾ, ਹਰ ਜਸ ਸੁਣਤ ਆਲਸ ਮਨ ਕੀਨਾ। ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ, ਛੋੜ ਜਾਹੇ ਝੂਠੇ ਸਭ ਤੰਦੇ। ਹੈਨ ਵਿਰਲੇ ਨਾਹੀ ਕਾਣੇ, ਫੈਲ ਫਕੜ ਸੰਸਾਰ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਪਾਰ ਕਿਰਪਾ ਹੋਈ ਹੈ। ਗੁਰੂ ਪਿਆਰਿਓ, ਬੜੇ ਪਿਆਰ ਦੇ ਨਾਲ ਬੁਲਾਈਏ ਫਤਿਹ, ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ। ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਿਰਪਾ ਕਰਨ, ਆਪਣੀ ਵਡਿਆਈ ਆਪਣੇ ਦਰ ਘਰ ਦੇ ਸੇਵਕ ਜਾਣ ਕੇ ਸਾਡੇ ਕੋਲੋਂ ਆਪ ਕਰਵਾ ਲੈਣ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰੀਏ। ਗੁਰੂ ਕਿਰਪਾ, ਗੁਰੂ ਰਹਿਮਤ, ਗੁਰੂ ਪਿਆਰ, ਗੁਰੂ ਦਾ ਤਰਸ ਸਾਡੀ ਜ਼ਿੰਦਗੀ ਵਿੱਚ ਸਾਨੂੰ ਸਮਝ ਪੈ ਸਕਦਾ ਹੈ। ਮੇਰੇ ਮਾਲਕ ਸਤਿਗੁਰੂ ਕਿਰਪਾ ਕਰਨ, ਅਸੀਂ ਗੁਰੂ ਦੇ ਪਿਆਰ ਨੂੰ ਜੀਵਨ ਵਿੱਚ ਧਾਰਨ ਵਾਸਤੇ ਸਫਲਤਾ ਹਾਸਲ ਕਰ ਲਈਏ ਤੇ ਇਹ ਜੀਵਨ ਸਾਡਾ ਸੋਹਣਾ ਬਣ ਜਾਵੇ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਆਪ ਆਪਣੇ ਪਿਆਰੇ ਮੁਖਾਰ ਬਿੰਦ ਤੋਂ ਅੱਜ ਵੀ ਸਾਨੂੰ ਉਹ ਉਪਦੇਸ਼ ਦ੍ਰਿੜ ਕਰਵਾ ਰਹੇ ਨੇ ਜੋ ਪਹਿਲਾਂ 500 5.5 ਸਾਲ ਤੋਂ 100 ਸਾਲ ਤੋਂ ਵੀ ਪਹਿਲਾਂ ਸਤਿਗੁਰਾਂ ਨੇ ਆਪਣੇ ਬਚਨ ਸਾਨੂੰ ਸੁਣਾ ਕੇ ਸਾਡੇ ਅੰਦਰੋਂ ਕ੍ਰੀਤੀਆਂ ਵਿਕਾਰ ਕੱਢਣ ਦੇ ਵਾਸਤੇ ਬੜਾ ਵੱਡਾ ਉਪਰਾਲਾ ਕੀਤਾ ਸੀ। ਮੇਰੇ ਮਾਲਕ ਸਾਹਿਬ ਜੀ ਆਪਣੇ ਪਿਆਰੇ ਬੋਲਾਂ ਨੂੰ ਲੈ ਕੇ ਬਨਾਰਸ ਦੀ ਧਰਤੀ ਦੇ ਉੱਤੇ ਪਹੁੰਚਦੇ ਆ, ਜਿਸ ਨੂੰ ਕਾਂਸੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਜਿੱਥੇ ਕਿ ਬਹੁਤ ਵੱਡੇ ਵੱਡੇ ਧਰਮ ਦੇ ਠੇਕੇਦਾਰ ਜ਼ਿੰਮੇਵਾਰ ਲੋਕ ਬੈਠੇ ਸੀ ਤੇ ਰੱਬ ਦੀਆਂ ਗੱਲਾਂ ਸੁਣਾਉਣ ਵਾਲੇ ਸਨ। ਤੇ ਲੋਕ ਉਹਨਾਂ ਨੂੰ ਆਪਣੇ ਗੁਰੂ ਮੰਨਦੇ ਸੀ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੇ ਪਚ ਮੁਆ ਚਾਰੋਂ ਬੇਦੋਂ ਮਾਹੇ। ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਉਸ ਧਰਤੀ ਤੇ ਜਾਂਦੇ ਹੈ ਤੇ ਉੱਥੇ ਲੋਕਾਂ ਨੂੰ ਵੇਖਦੇ ਹੈ। ਪਾਤਸ਼ਾਹ ਜੀ ਉੱਥੇ ਹੀ ਜਾਂਦੇ ਸਨ ਜਿੱਥੇ ਧਰਮ ਦੇ ਨਾਂ ਤੇ ਧੋਖਾ ਹੁੰਦਾ ਸੀ, ਜਿੱਥੇ ਧਰਮ ਦੇ ਨਾਂ ਤੇ ਕਿਰਤ ਕਰਨ ਵਾਲਿਆਂ ਦੀ ਕਿਰਤ ਨੂੰ ਖਾਧਾ ਜਾਂਦਾ ਸੀ, ਕਿਸੇ ਕੋਝੇ ਢੰਗ ਦੇ ਨਾਲ ਅਗਿਆਨਤਾ ਦਾ ਹਨੇਰਾ ਕਰਕੇ ਉਹਨਾਂ ਦੇ ਜੀਵਨ ਵਿੱਚ ਤੇ ਡਰਾਇਆ ਜਾਂਦਾ ਸੀ। ਅੱਜ ਵੀ ਬਹੁਤ ਲੰਮਾ ਸਮਾਂ ਪਹਿਲਾਂ ਜਿਹੜੇ ਬਚਨ ਮੇਰੇ ਮਾਲਕ ਸਤਿਗੁਰੂ ਸਾਹਿਬ ਜੀ ਨੇ ਕੀਤੇ ਨੇ, ਉਹ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਹੈ। ਪ੍ਰਗਟ ਗੁਰਾਂ ਦੀ ਦੇਹ
ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦੇ ਵਿੱਚ ਸੁਭਾਏਮਾਨ ਹੈ। ਗੁਰੂ ਸਰੂਪ ਗੁਰੂ ਦੇ ਬਚਨ ਹਨ। ਜੇ ਉਦੋਂ ਧੋਖਾ ਸੀ ਤੇ ਹੁਣ ਕੀ ਹੈ, ਇਹ ਅਸੀਂ ਸਮਝਣਾ ਹੈ। ਸਤਿਗੁਰੂ ਜੀ ਦੀਆਂ ਪਾਵਨ ਵਿਚਾਰਾਂ ਦੁਆਰਾ ਗੁਰਮਤਿ ਦੇ ਧਾਰਨੀ ਹੋ ਕੇ ਸੁਰਤ ਨੂੰ ਸ਼ਬਦ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਇਸ ਚੀਜ਼ ਨੂੰ ਜਾਣਨਾ ਹੈ ਕਿ ਬਾਣੀ ਸਦਵਿਹਾਰੀ ਹੈ। ਅੱਜ ਵੀ ਉਹ ਉਪਦੇਸ਼, ਉਹ ਸਿੱਖਿਆ, ਉਹ ਪਿਆਰ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਮਿਲਦਾ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਜਦ ਬਨਾਰਸ ਦੇ ਵਿੱਚ ਗਏ ਤਾਂ ਵਿਦਵਾਨਾਂ ਦੇ ਨਾਲ ਗੱਲਬਾਤ ਹੋਈ। ਉਹਨਾਂ ਦੇ ਬਾਹਰਲੇ ਪੱਖ ਨੂੰ ਸਤਿਗੁਰੂ ਨੇ ਜਾਣਿਆ, ਪਰ ਅੰਦਰਲੇ ਨੂੰ ਵੀ ਜਾਣਿਆ, ਕਿਉਂਕਿ ਆਮ ਸੰਸਾਰ ਦੇ ਲੋਕ ਬਹੁਤੇ ਜ਼ਿਆਦੇ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਆਪਣਾ ਜੀਵਨ ਦਾਅ ਤੇ ਲਾ ਕੇ ਧੋਖਾ ਖਾ ਜਾਂਦੇ ਨੇ, ਆਤਮਿਕ ਰਸ ਤੋਂ ਵਿਹਲੇ ਵਾਂਝੇ ਰਹਿ ਜਾਂਦੇ ਨੇ। ਗੁਰੂ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਤਰ ਬਸੇ ਬਾਹਰ ਪਿਓਹੀ, ਕਲਾ ਧਾਰ ਸਗਲੀ ਜਨ ਮੋਹੀ। ਇਹਨਾਂ ਖੇਡਾਂ ਨੂੰ ਸਤਿਗੁਰੂ ਜਾਣਦੇ ਸਨ। ਗੁਰੂ ਪਾਤਸ਼ਾਹ ਜੀ ਬਨਾਰਸ ਦੀ ਧਰਤੀ ਤੇ ਗਏ ਤਾਂ ਉੱਥੋਂ ਦੇ ਲੋਕਾਂ ਨੂੰ ਜਦੋਂ ਵੇਖਿਆ, ਉਹਨਾਂ ਦੇ ਬਾਹਰਲੇ ਜਿਹੜੇ ਸਰੀਰਕ ਚਿੰਨ੍ਹ ਸਨ ਉਹ ਬੜੇ ਧਾਰਮਿਕ ਸਨ। ਮਾਥੇ ਤਿਲਕ, ਹੱਥ ਮਾਲਾ ਬਾਨਾ, ਲੋਗਨ ਰਾਮ ਖਲੌਣਾ ਜਾਨਾ ਵਾਲੀ ਖੇਡ ਸੀ। ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜ ਸਬਗਲ ਸਮਾਦੰਗ, ਮੁਖ ਝੂਠ ਬਪੂਖਣ ਸਾਰੰਗ। ਸਾਰੇ ਚਿੰਨ੍ਹ ਵਧੀਆ ਸੀ, ਪਰ ਮੂੰਹ ਦੇ ਉੱਤੋਂ ਲਚਕਾ ਲਚਕਾ ਕੇ ਸੋਨੇ ਚਾਂਦੀ ਦੇ ਵਾਂਗੂ ਝੂਠ ਬੋਲਦੇ ਸੀ। ਜੇ ਜਾਣਸ ਬ੍ਰਹਮੰ ਕਰਮੰ, ਇਸੇ ਹੀ ਸ਼ਬਦ ਵਿੱਚ ਬਾਣੀ ਦੀਆਂ ਪਵਿੱਤਰ ਗੁਰੂ ਦੇ ਪਾਤਸ਼ਾਹ ਜੀ ਦੇ ਬੋਲ ਨੇ। ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜ ਸਬਗਲ ਸਮਾਦੰਗ, ਮੁਖ ਝੂਠ ਬਪੂਖਣ ਸਾਰੰਗ। ਤ੍ਰੈ ਪਾਲ ਤੇ ਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਇ ਧੋਤੀ ਬਸਤਰ ਕਪਾਟੰਗ। ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਹਚੋ ਕਰਮ। ਕਹੋ ਨਾਨਕ ਨਿਹਚੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੇ। ਉਹਨਾਂ ਲੋਕਾਂ ਦੇ ਬਾਹਰਲੇ ਭੇਖ ਨੂੰ ਵੀ ਦੱਸਿਆ ਤੇ ਅੰਦਰ ਵੀ ਦੱਸਿਆ। ਮਾਥੇ ਤਿਲਕ, ਹੱਥ ਮਾਲਾ ਬਾਨਾ, ਇਹਨਾਂ ਲੋਕਾਂ ਨੇ ਪ੍ਰਮਾਤਮਾ ਨੂੰ, ਵਾਹਿਗੁਰੂ ਨੂੰ, ਰੱਬ ਨੂੰ, ਖੁਦਾ ਨੂੰ, ਰਾਮ ਨੂੰ, ਪਰਮੇਸ਼ਰ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਖਡਾਉਣਾ ਬਣਾਇਆ ਹੋਇਆ ਸੀ। ਮਨ ਦੀਆਂ ਮਰਜ਼ੀਆਂ ਇਹ ਲੋਕ ਕਰਦੇ ਸਨ। ਗੁਰੂ ਸਾਹਿਬ ਜੀ ਨੇ ਉੱਥੇ ਉਹਨਾਂ ਵਿਦਵਾਨਾਂ ਨੂੰ, ਜਿਹੜੇ ਜਗਤ ਦੇ ਗੁਰੂ ਬਣ ਕੇ ਬੈਠੇ ਸੀ, ਉਹਨਾਂ ਨੂੰ ਇੱਕ ਉਪਦੇਸ਼ ਕੀਤਾ। ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹੋਮੇ ਜਾਏ ਸ਼ਬਦ ਕਰ ਲਈਏ। ਤੁਸੀਂ ਪੰਡਤੋ, ਇਹ ਕੀ ਪ੍ਰੋਗਰਾਮ ਹੈ? ਇਹ ਵਿਦਵਾਨੋ, ਇਹ ਕੀ ਪ੍ਰੋਗਰਾਮ ਹੈ ਤੁਹਾਡਾ ਕਿ ਤੁਹਾਡੇ ਮਨ ਵਿੱਚ ਕੁਝ ਹੋਰ ਹੈ ਤੇ ਬਾਹਰਲੇ ਤਲ ਦੇ ਉੱਤੇ ਕੁਝ ਹੋਰ ਹੈ। ਜਿਨ ਮਨ ਹੋਰ, ਮੁਖ ਹੋਰ, ਸੇ ਕਾਂਢੇ ਕੱਚਿਆ। ਉਹ ਕੱਚੇ ਸੰਸਾਰ ਦੇ ਅੰਦਰ, ਕੱਚੇ ਨੂੰ ਜਿਹਨੇ ਵੀ ਹੱਥ ਪਾਇਆ ਹੈ, ਕੱਚੇ ਰਾਹ ਤੇ ਜਿਹੜਾ ਵੀ ਤੁਰਿਆ ਹੈ, ਕੱਚੇ ਦੇ ਨਾਲ ਸਾਥ ਬਣਾ ਕੇ ਜਿਹੜਾ ਵੀ ਝਨਾ ਵਿੱਚ ਤਾਰੀ ਲਾਉਂਦਾ ਹੈ, ਕੱਚੇ ਨੇ ਕਦੇ ਉਸ ਨੂੰ ਪਾਰ ਨਹੀਂ ਲਾਇਆ। ਨਾਨਕ ਕਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ। ਉਹ ਜੀਵੰਦੇ ਵਿਛੜੇ, ਉਹ ਮੋਇਆ ਨਾ ਜਾਹੀ ਛੋੜ। ਸੱਜਣਾ ਤੂੰ ਸੱਜਣ ਪੱਕੇ ਲੱਭ, ਜਿਹੜੇ ਮਰਨ ਤੋਂ ਬਾਅਦ ਵੀ ਤੇਰੇ ਨਾਲ ਸਾਥ ਦੇਣ, ਜਿਨ੍ਹਾਂ ਦਾ ਸੰਯੋਗ ਮਿਲਿਆ ਤੁਰ ਦਰਗਾਹ ਤੱਕ ਤੇਰੇ ਨਾਲ ਸਹਾਈ ਹੋਵੇ। ਇਹਨਾਂ ਕੱਚਿਆਂ ਦੇ ਨਾਲੋਂ ਮਿੱਤਰਤਾ ਛੱਡ ਦੇ, ਇਹਨਾਂ ਤੇ ਜਿਉਂਦਿਆਂ ਹੀ ਸਾਥ ਤੇਰਾ ਛੱਡ ਦੇਣਾ। ਅੰਦਰਲੀ ਭਾਵਨਾ ਖੇਡ ਧੋਖੇ ਵਾਲੀ ਉਹਨਾਂ ਬ੍ਰਾਹਮਣਾਂ ਦੀ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤ ਵੱਡਾ ਰਟਨ ਕੀਤਾ ਇਸ ਧਰਤੀ ਦਾ। ਥਾਂ ਥਾਂ ਤੇ ਪਹੁੰਚੇ, ਪਾਪ ਕਰਮ ਮਨੁੱਖ ਦੇ ਜਿਹੜਾ ਅੰਦਰ ਸੀ ਨਾ, ਉਸ ਨੂੰ ਉਜਾਗਰ ਕੀਤਾ ਤੇ ਦੱਸਿਆ, ਜਗਾਇਆ।
ਤੈਨੂੰ ਰੱਬ ਦੇ ਦਰ ਦੇ ਉੱਤੇ ਲੇਖਾ ਦੇਣਾ ਪੈਣਾ। ਜਗਾਇਆ ਮੈਂ ਆਪਣੇ ਸਤਿਗੁਰੂ ਦੇ ਪਿਆਰ ਵਾਲੇ ਪੂਰਨ ਗੁਰਸਿੱਖਾਂ ਦੇ ਇੱਕ ਚਰਨਾਂ ਵਿੱਚ ਬੇਨਤੀ ਕਰਾਂ, ਇਹ ਸਾਡਾ ਗੁਰੂ ਨਾਨਕ ਪਾਤਸ਼ਾਹ ਭਾਵੇਂ ਜਗਤ ਨੇ ਗੁਰੂ ਮੰਨਿਆ ਹੈ, ਕਿਸੇ ਨੇ ਪੀਰ ਮੰਨਿਆ ਹੈ, ਕਿਸੇ ਨੇ ਰੱਬ ਮੰਨਿਆ ਹੈ, ਤੇ ਸਿੱਖਾਂ ਦਾ ਗੁਰੂ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਐਸੀ ਕਲਾ ਵਰਤਾਈ ਜਗਤ ਵਿੱਚ ਪ੍ਰਗਟ ਹੋ ਗਿਆ। ਸਿੱਖੋ, ਇਸ ਵਿਚਾਰ ਨੂੰ ਸਰਵਣ ਆਪ ਕਰ ਰਹੇ ਹੋ, ਧਿਆਨ ਦਿਓ। ਬਹੁਤ ਦੂਰ ਜਾ ਕੇ ਉਹਨਾਂ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਖੰਡੀਆਂ ਨੂੰ ਪਖੰਡ ਕਰਨ ਤੋਂ ਰੋਕਦਿਆਂ ਆਖਿਆ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਸੱਚ ਬੋਲ, ਹਉਮੈ ਜਾਏ ਸ਼ਬਦ ਕਰ ਲਈਏ। ਜਿਸ ਹਉਮੈ ਦੇ ਕਾਰਨ ਕਰਕੇ ਤੂੰ ਇਹ ਕਾਰਨ ਕਰਦਾ ਹੈ ਨਾ, ਜੇ ਸੱਚ ਬੋਲੇਗਾ ਤੇ ਤੇਰੇ ਅੰਦਰੋਂ ਹਉਮੈ ਵਾਲਾ ਇਹ ਸਾਰੀ ਖੇਡ ਨਾਸ ਹੋ ਜਾਵੇਗੀ ਤੇ ਸ਼ਬਦ ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦਾ ਪਿਆਰ ਤੇਰੇ ਜੀਵਨ ਵਿੱਚ ਵਸੇਗਾ। ਤੇਰਾ ਜੀਵਨ ਆਤਮਿਕ ਰਸ ਦਾ ਧਾਰਨੀ ਹੋ ਜਾਵੇਗਾ। ਇਹ ਤੂੰ ਸਭ ਕੁਝ ਕਰਕੇ ਆਪਣੇ ਆਤਮਿਕ ਰਸ ਨੂੰ ਵਿਗਾੜ ਰਿਹਾ। ਸਾਡਾ ਇਹ ਹਾਲ ਹੈ ਸਿੱਖਾਂ ਦਾ। ਮੈਂ ਸਿੱਖਾਂ ਦੀ ਗੱਲ ਕਰਦਾ ਹਾਂ। ਸਿੱਖਾਂ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਪੈਦਾ ਹੋਏ ਸੀ। ਸਿੱਖ ਕੌਣ ਹੈ? ਸਿੱਖ ਕਿਸੇ ਧਰਮ ਤੋਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣ ਸਕਦਾ ਹੈ, ਕਿਸੇ ਇੱਕ ਦੇ ਕਬਜ਼ੇ ਵਿੱਚ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਦੇ ਰਹੇ ਨੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ, ਸਾਰਿਆਂ ਨੂੰ ਦੇ ਰਹੇ। ਤੇ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਉਹ ਹੈ ਜਿਹੜਾ ਵਿਚਾਰ ਕਰਦਾ ਹੈ ਆਪਣੇ ਜੀਵਨ ਤੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਦੱਸੇ ਮਾਰਗ ਤੇ ਤੁਰਦਾ ਹੈ। ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਕਰਦਾ ਹੈ, ਅਖਵਾਉਂਦਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ। ਹੁਣ ਇਹਨਾਂ ਵਚਨਾਂ ਨੂੰ, ਸਾਹਿਬ ਦੇ ਵਚਨਾਂ ਨੂੰ ਅਸੀਂ ਜੀਵਨ ਵਿੱਚ ਲੈ ਕੇ ਆਉਣਾ ਹੈ ਕਿ ਅਸੀਂ ਗੁਰੂ ਦੇ ਪ੍ਰਤੀ ਵਿਚਾਰ ਕਰਦੇ ਕਿੰਨੀ ਹੈ, ਸਰਵਣ ਕਿੰਨੀ ਕਰਦੇ ਹਾਂ, ਜੀਵਨ ਵਿੱਚ ਅਸੀਂ ਧਾਰਨ ਕਿੰਨੀ ਕਰਦੇ ਹਾਂ। ਜੇ ਸੱਚਮੁੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਿਆਰੇ ਬੋਲਾਂ ਨੂੰ ਜੀਵਨ ਵਿੱਚ ਧਾਰਨ ਕੀਤਾ ਹੈ ਤੇ ਫਿਰ ਸਾਡਾ ਜੀਵਨ ਆਤਮਿਕ ਸੁੱਖ ਦਾ ਧਾਰਨੀ ਬਣ ਗਿਆ ਹੈ ਜਾਂ ਬਣ ਜਾਵੇਗਾ। ਜਿਹੜਾ ਗੁਰਮੁਖ ਗਾਡੀ ਰਾਹ ਚਲਾਏ ਦੇ ਉੱਤੇ ਸਫਰ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨੂੰ ਪਰਸ ਕੇ ਹਮਸਫਰੀ ਹੋਇਆ ਹੈ, ਉਹ ਇੱਕ ਦਿਨ ਉਸ ਨੂੰ ਕਿਨਾਰਾ ਜ਼ਰੂਰ ਮਿਲ ਜਾਏਗਾ। ਗੁਰੂ ਨਾਨਕ ਪਾਤਸ਼ਾਹ ਜੀ ਦਰੇਡੇ ਜਾ ਕੇ ਉਹਨਾਂ ਧਰਮ ਦੇ ਠੇਕੇਦਾਰਾਂ ਨੂੰ ਕਹਿੰਦੇ, ਝੂਠ ਨਾ ਬੋਲੋ, ਆਤਮਿਕ ਰਸ ਗਵਾਚ ਜਾਏਗਾ। ਅੱਜ ਵੀ ਪਕੜੋ ਇਹ ਲਫ਼ਜ਼ ਸਾਨੂੰ ਸਿੱਖਾਂ ਨੂੰ, ਖਾਸ ਕਰਕੇ ਜਿਨ੍ਹਾਂ ਸਿੱਖਾਂ ਨੇ ਖਾਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਹਿੱਸੇ ਵਿੱਚ ਲੈ ਲਿਆ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਹਾਂ, ਬਾਜਾਂ ਵਾਲੇ ਦੇ ਸਿੰਘ ਹਾਂ। ਅਸੀਂ ਇੱਥੇ ਵਿਚਾਰ ਕਰੀਏ, ਸਾਡਾ ਗੁਰੂ ਨਾਨਕ ਪਾਤਸ਼ਾਹ ਜੀ ਦੂਰ ਜਾ ਕੇ ਸਾਰੇ ਲੋਕਾਂ ਦੇ ਮਤਾਂ ਨੂੰ, ਧਰਮਾਂ ਨੂੰ ਇਹ ਗੱਲ ਕਹਿੰਦੇ ਆ ਕਿ ਕਿਸੇ ਵੀ ਮਨੁੱਖ ਦੇ ਹੱਥ ਵਿੱਚ, ਹਿੱਸੇ ਵਿੱਚ, ਜੀਵਨ ਵਿੱਚ ਝੂਠ ਨਹੀਂ ਆਇਆ। ਸਾਡਾ ਗੁਰੂ ਨਾਨਕ ਪਾਤਸ਼ਾਹ ਸਰਬ ਵਿਆਪਕ, ਸਰਬ ਸਾਂਝੀਵਾਲਤਾ ਦਾ ਪ੍ਰਤੀਕ ਗੁਰੂ ਨਾਨਕ ਪਾਤਸ਼ਾਹ, ਤੇ ਅੱਜ ਸਿੱਖ ਹੋ ਕੇ ਝੂਠ ਮਾਰੇ, ਲੈ ਕੇ ਮੁੱਕਰ ਜਾਵੇ, ਧੋਖਾ ਕਰੇ, ਸਿੱਖਾਂ ਦੇ ਵਾਸਤੇ ਮੁਕਬਰੀਆਂ ਕਰੇ, ਇੱਕ 4 ਕੌਡੀਆਂ ਦੇ ਵਾਸਤੇ
4 ਕੁ ਦਿਨ ਬੱਲੇ ਬੱਲੇ ਕਰਾਉਣ ਵਾਸਤੇ ਸਿੱਖ ਹੋ ਕੇ ਸਿੱਖਾਂ ਦੇ ਨਾਲ ਧੋਖਾ ਕਰੇ ਤੇ ਉਹ ਬਾਅਦ ਵਿੱਚ ਆਖੇ ਕਿ ਮੈਂ ਸਿੱਖਿਆ, ਤੇ ਉਹ ਆ ਬਾਣੀ ਸੁਣੇ ਕਿ ਉਹਦੇ ਅੰਦਰ ਅਸਰ ਕਰੇਗੀ। ਬਾਣੀ ਵਿੱਚੋਂ ਆਵਾਜ਼ ਆ ਰਹੀ ਹੈ ਕਿ ਤੇਰਾ ਗੁਰੂ ਤਾਂ ਬਹੁਤ ਦਰੇਡੇ ਤੇ ਜਾ ਕੇ ਬਹੁਤ ਲੋਕਾਂ ਨੂੰ ਇਹ ਸੁਨੇਹਾ ਦੇ ਰਿਹਾ ਹੈ, ਝੂਠ ਨਾ ਬੋਲ, ਪਾਂਡੇ ਸੱਚ ਕਹੀ ਹੈ, ਸੱਚ ਬੋਲ। ਤੇ ਤੂੰ ਝੂਠ ਮਾਰਿਆ, ਤੂੰ ਠੱਗੀ ਮਾਰ ਕੇ ਆਇਆ, ਤੂੰ ਕਿਸੇ ਦੇ ਜੀਵਨ ਨੂੰ ਬਰਬਾਦ ਕਰਨ ਵਾਸਤੇ ਮਿੱਠਾ ਹੋ ਕੇ ਕੁਛ ਲੈ ਲੈਣਾ ਹੈ ਤਨ, ਤੇ ਵਾਪਸ ਨਹੀਂ ਮੋੜਦਾ, ਮੁੱਕਰ ਜਾਣਾ ਹੈ, ਆਪਣੇ ਹੀ ਗੁਰੂ ਦੀਆਂ ਸਹੁੰਆਂ ਖਾ ਜਾਣਾ ਹੈ, ਪਹੁੰਚ ਜਾਣਾ ਹੈ ਗੁਰੂ ਦੇ ਸਾਹਮਣੇ, ਮੁੱਕਰ ਜਾਣਾ ਹੈ। ਸਿੱਖ ਹੈ ਕੀ ਸਿੱਖਿਆ ਹੈ? ਜੀਵਨ ਵਿੱਚੋਂ ਕੁਛ ਨਹੀਂ ਸਿੱਖਿਆ। ਝੂਠ ਨਾ ਬੋਲ, ਪਾਂਡੇ ਸੱਚ ਕਹੀਏ। ਜੇ ਸਿੱਖਾ ਤੂੰ ਕੁਛ ਪੜ੍ਹਿਆ ਹੁੰਦਾ, ਕੁਛ ਵਿਚਾਰਿਆ ਹੁੰਦਾ, ਕੁਛ ਸੁਣਿਆ ਹੁੰਦਾ, ਤੇ ਐਸੀਆਂ ਗਲਤੀਆਂ ਜਿਹੜੀਆਂ ਅੱਜ ਤੂੰ ਕਰ ਰਿਹਾ ਹੈ, ਇਹ ਗਲਤੀਆਂ ਤੂੰ ਨਹੀਂ ਸੀ ਕਰਨੀਆਂ। ਐਸੀ ਪਾਟੋ ਧਾੜ ਜੋ ਸਿੱਖ ਕੌਮ ਦੇ ਵਿੱਚ ਵਰਤੀ ਹੋਈ ਹੈ, ਉਹਨਾਂ ਦੇ ਵਿੱਚ ਬਾਹਲੇ ਸਿੱਖ ਬਾਹਰੀ ਪੱਖ ਤੇ ਬਾਹਰੇ ਲਫਤਾਜ਼ਾਂ ਦੇ ਨਾਲ ਸਿੱਖ ਹੈ, ਉਹ ਅੰਦਰੋਂ ਜੁੜੇ ਨਹੀਂ। ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਪਾਵਨ ਬੋਲਾਂ ਦੇ ਅੰਦਰ ਵਾਰਾਂ ਤੇ ਵਧੇਕ ਪਵਿੱਤਰ ਗੁਰਬਾਣੀ ਦੇ ਵਿੱਚ ਇੱਕ ਬਚਨ ਦਰਾ ਰਹੇ ਨੇ ਸਿੱਖ ਨੂੰ, ਹੈਨ ਵਿਰਲੇ ਨਾਹੀਂ ਘਣੇ, ਫੈਲ ਫਕੜ ਸੰਸਾਰ। ਬਹੁਤਾ ਜ਼ਿਆਦਾ ਝੂਠ ਬੋਲਣ ਵਾਲਾ ਇਹ ਸੰਸਾਰ, ਉਹਦੇ ਵਿੱਚ ਬਹੁਤ ਵਿਰਲੇ ਰੱਬ ਨੂੰ ਮੰਨਣ ਵਾਲੇ, ਸੱਚ ਤੇ ਭਰੋਸਾ ਰੱਖਣ ਵਾਲੇ ਹੈਗੇ ਆ, ਖਤਮ ਨਹੀਂ ਹੋਏ। ਬਹੁਤੇ ਵਗਾਂ ਦੇ ਵਗ ਉਹ ਪਸ਼ੂ ਢੋਰ ਗਵਾਰ ਵਾਲੀ ਜ਼ਿੰਦਗੀ ਭੋਗ ਕੇ ਤੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਆ। ਸਿੱਖ ਅੰਦਰ ਲੈ ਕੇ ਜਾ, ਸਿੱਖਾ ਜੇ ਗੁਰੂ ਨਾਨਕ ਪਾਤਸ਼ਾਹ ਦਾ ਤੈਨੂੰ ਬੋਲ ਕੋਈ ਸਮਝ ਵਿੱਚ ਪੈਂਦਾ ਏ ਤੇ ਇਹਨਾਂ ਬੋਲਾਂ ਨੂੰ ਅੰਦਰ ਲੈ ਕੇ ਜਾ। ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਸਿੱਖ ਪੈਦਾ ਕੀਤਾ ਸੀ ਨਾ, ਉਹਨਾਂ ਸਿੱਖਾਂ ਦੀ ਗਿਣਤੀ ਵਿੱਚ ਆ। ਜੋ ਸਿੱਖਾ ਤੂੰ ਸਿੱਖ ਹੋ ਕੇ ਖਲਵਾੜ ਕਰਦਾ ਹੈ, ਲੱਖ ਚੋਰੀਆਂ, ਲੱਖ ਯਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲੇ, ਤੈਨੂੰ ਸਿੱਖਾ ਬਚਨ ਕਹੇ ਤੇਰੇ ਜੀਵਨ ਵਿੱਚ ਹੈਗੇ ਆ। ਜੇ ਤੇ ਤੂੰ ਐਸੋ ਜੇ ਕੰਮ ਕਰਦਾ ਹੈ, ਫਿਰ ਤੂੰ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਨਹੀਂ ਹੈ, ਤੂੰ ਬਹੁ ਰੂਪੀਆਂ ਹੈ। ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ऐसे ही ऐसे सो बैस बतायो। वकारी है, धोखेबाज है, सच तो कोहा दूर है, बिखै नाद करन सुन पीना। ਵਿਕਾਰਾਂ ਵਿੱਚ ਗਹਿ ਗੱਚ ਡੁੱਬਿਆ ਹੋਇਆ ਹੈ, ਹਰ ਜਸ ਸੁਣਤ ਆਲਸ ਮਨ ਕੀਨਾ। ਆਲਸੀ ਹੈ, ਰੱਬ ਦੇ ਨਾਮ ਨਾਲੋਂ ਟੁੱਟਾ ਹੋਇਆ ਹੈ, ਤੂੰ ਸਿੱਖ ਨਹੀਂ ਹੈ। ਇਹੋ ਜਿਹਾ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਹੀਂ ਸੀ ਪੈਦਾ ਕੀਤਾ। ਇਹਨਾਂ ਬਚਨਾਂ ਨੂੰ ਪਰਮਾਤਮਾ ਦੇ ਵਾਹਿਗੁਰੂ ਦੇ ਰੱਬ ਦੇ ਨਾਲ ਮਿਲਾਉਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰੇ ਬਚਨਾਂ ਨੂੰ ਆਪਣੇ ਜੀਵਨ ਹਿਰਦੇ ਵਿੱਚ ਧਾਰਨ ਕਰ। ਤੇਰੀ ਜਿਹੜੀ ਅਗਿਆਨਤਾ ਦੀ ਹਨੇਰੀ ਅੰਦਰ ਝੁੱਲੀ ਆ, ਜਿਸ ਹਨੇਰੀ ਦਾ ਤੂੰ ਸ਼ਿਕਾਰ ਹੋਇਆ, ਉਸ ਹਨੇਰੀ ਤੋਂ ਜੇ ਬਚਣਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੁਝ ਬੋਲਾਂ ਨੂੰ ਪੜ੍ਹਿਆ ਕਰ, ਵਿਚਾਰਿਆ ਕਰ, ਸਰਵਣ ਕਰਿਆ ਕਰ। ਤੇਰਾ ਜੀਵਨ
ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਿਆਰੇ ਬੋਲਾਂ ਨੂੰ ਧਾਰਨ ਕਰਕੇ ਤੇਰਾ ਸੁਭਾਅ ਗੁਰਸਿੱਖਾਂ ਵਾਲਾ ਬਣ ਜਾਵੇਗਾ, ਜਿਹੜੇ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੈਦਾ ਕੀਤੇ ਸੀ। ਤੇਰਾ ਗੁਰੂ ਦੂਰ ਜਾ ਕੇ ਸਾਰੇ ਸੰਸਾਰ ਦੇ ਲੋਕਾਂ ਨੂੰ ਇਹ ਗੱਲ ਕਹਿੰਦਾ ਹੈ ਕਿ ਝੂਠ ਨਾ ਬੋਲ, ਪਾਂਡੇ ਸੱਚ ਕਹੀ। ਪੰਡਤ ਨਾਮ ਧਰਮ ਦੇ ਠੇਕੇਦਾਰਾਂ ਦਾ, ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਹਨ, ਪਰ ਸਿੱਖਾ ਤੇਰਾ ਗੁਰੂ ਜੇ ਦੂਸਰੇ ਥਾਵਾਂ ਤੇ ਜਾ ਕੇ, ਦੂਸਰੇ ਪ੍ਰਾਂਤਾਂ ਵਿੱਚ ਜਾ ਕੇ ਸੱਚ ਦਾ ਹੋਕਾ ਦਿੰਦਾ ਹੈ ਤੇ ਤੂੰ ਝੂਠ ਦਾ ਧਾਰਨੀ ਹੋ ਗਿਆ ਹੈ। ਨਾ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖਿਆ ਤੇ ਨਾ ਤੇਰਾ ਗੁਰੂ ਨਾਨਕ ਪਾਤਸ਼ਾਹ ਗੁਰੂ ਹੈ, ਤੂੰ ਮੁੱਢ ਤੋਂ ਭੁੱਲ ਗਿਆ। ਤੇਰਾ ਜੀਵਨ ਬੇਅਰਥ ਜਾਂਦਾ ਈ। ਤੂੰ ਇਹਨਾਂ ਪੰਕਤੀਆਂ ਨੂੰ, ਬੋਲੇ ਹੋਏ ਪਿਆਰੇ ਬਚਨਾਂ ਨੂੰ, ਗੁਰੂ ਨਾਨਕ ਸਾਹਿਬ ਜੀ ਦਿਆਂ ਨੂੰ ਤੂੰ ਧਾਰਨ ਕਰ ਲਾ, ਜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੁੜਨਾ ਹੈ। ਜੇ ਗੁਰੂ ਨਾਨਕ ਸਾਹਿਬ ਦਾ ਸਿੱਖ ਖਵਾਉਣਾ ਹੈ ਨਾ, ਫਿਰ ਜੀਵਨ ਵਿੱਚ ਆਪਣੇ ਬੋਲਾਂ ਨੂੰ ਉਤਾਰ, ਤੇਰਾ ਉਧਾਰ ਹੋ ਜਾਵੇਗਾ। ਸਿੱਖਾ ਤੂੰ ਝੂਠ ਬੋਲਦਾ, ਤੂੰ ਠੱਗੀਆਂ ਮਾਰਦਾ, ਤੂੰ ਵਿਕਾਰ ਭੋਗਦਾ, ਚੰਗਾ ਨਹੀਂ ਲੱਗਾ। ਅਰਦਾਸ ਕਰਿਆ ਕਰ ਰੱਬ ਦੇ ਚਰਨਾਂ ਵਿੱਚ ਜਿੱਥੇ ਵੀ ਹੁੰਦਾ ਹੈ ਕਿ ਮੇਰੇ ਜੀਵਨ ਵਿੱਚ ਬਹੁਤੇ ਵਿਕਾਰ ਵੱਧ ਗਏ ਨੇ, ਬਹੁਤਾ ਧੋਖਾ ਵੱਧ ਗਿਆ ਹੈ, ਮੈਂ ਬੜਾ ਪਤਿਤ ਹੋ ਗਿਆ, ਮੈਂ ਪਵਿੱਤਰ ਹੋਣਾ ਚਾਹੁੰਦਾ, ਮੇਰੀ ਅਰਦਾਸ ਸੁਣ। ਹੇ ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਥੇ ਔਗੜ ਹਮਾਰੇ, ਦਇਆ ਕਰੋ ਕਿਛ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ। ਇਸ ਤਰ੍ਹਾਂ ਅਰਦਾਸ ਕਰਿਆ ਕਰ, ਆਪਣੇ ਆਪ ਨੂੰ ਖੋਲ ਦੇ ਗੁਰੂ ਅੱਗੇ। ਜਿਹੜੀ ਪਾਪਾਂ ਦੀ ਗਠੜੀ ਬੱਧੀ ਖੋਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਅਕਾਲ ਪੁਰਖ ਵਾਹਿਗੁਰੂ ਦੇ। ਤੇਰਾ ਗੁਰੂ ਕਹਿ ਰਿਹਾ ਝੂਠ ਨਾ ਬੋਲ, ਪਾਂਡੇ ਸੱਚ ਕਹੀ। ਇਹ ਬੋਲ ਤੈਨੂੰ ਨਹੀਂ ਚੰਗੇ ਲੱਗੇ? ਤੂੰ ਕਿਉਂ ਨਹੀਂ ਕਮਾਏ? ਇਸੇ ਕਰਕੇ ਤੂੰ ਕਮਾਏ ਨਹੀਂ ਕਿ ਤੈਨੂੰ ਚੰਗੇ ਨਹੀਂ ਲੱਗੇ, ਤੈਨੂੰ ਚੰਗੇ ਨਹੀਂ ਲੱਗੇ। ਆਪਣੇ ਪਾਪਾਂ ਦੀ ਗਠੜੀ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰੱਖ ਕੇ ਖੋਲ ਦੇ ਕੇ, ਜਿਵੇਂ ਇੱਕ ਸਮੁੰਦਰ ਸਾਗਰ ਪਾਣੀ ਨਾਲ ਭਰਿਆ ਹੈ, ਇਸ ਤਰ੍ਹਾਂ ਮੇਰਾ ਜੀਵਨ ਵੀ ਪਾਪਾਂ ਨਾਲ ਭਰ ਗਿਆ ਹੈ। ਅਬ ਕੀ ਭਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ, ਫੇਰਾ ਮੈਨੂੰ ਹੁਣ ਬਖਸ਼ ਲਾ, ਤੋਆ ਕਰ ਦੇ। ਆਓ ਗੁਰੂ ਦੇ ਚਰਨਾਂ ਨਾਲ ਲੱਗੀਏ। ਆਉਣ ਵਾਲੇ ਸਮੇਂ ਵਿੱਚ ਇਸੇ ਹੀ ਪਰ ਕਰਨ ਤੇ ਹੋਰ ਵਿਚਾਰਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪ੍ਰਾਪਤ ਕਰਨ ਵਾਸਤੇ, ਰਹਿਮਤਾਂ ਨੂੰ ਪ੍ਰਾਪਤ ਕਰਨ ਵਾਸਤੇ ਜੁੜ ਕੇ ਕਰੀਏ। ਪਾਤਸ਼ਾਹ ਸਾਡੇ ਤੋਂ ਆਪਣੀਆਂ ਵਿਚਾਰਾਂ, ਆਪਣੇ ਤੋਂ ਆਪਣੀ ਵਡਿਆਈ ਆਪ ਕਰਵਾ ਲੈਣ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਬਹੁਤ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਬਹੁਤ ਬਹੁਤ ਧੰਨਵਾਦ ਗੁਰੂ ਕੇ ਪਿਆਰ ਵਾਲੇ ਗੁਰਮੁਖ ਪਿਆਰੇ ਜਨਾਂ ਦਾ, ਸਮੂਹ ਸਾਧ ਸੰਗਤ ਦਾ। ਬੇਅੰਤ ਭੁੱਲਾਂ ਦੀ ਮਾਫੀ, ਬਖਸ਼ਿਸ਼ ਕਰਨੀ, ਬੁਲਾਉਣੀ ਫਤਿਹ। ਸਾਡਾ ਜੀਵਨ, ਸਾਡਾ ਮਨ, ਸਾਡੀ ਸੋਚ ਗੁਰੂ ਦੇ ਚਰਨਾਂ ਨਾਲ ਜੁੜ ਕੇ ਰੱਬ ਦੀਆਂ ਰਹਿਮਤਾਂ ਨੂੰ ਅਸੀਂ ਝੋਲੀਆਂ ਅੱਡ ਕਰਕੇ ਮੰਗ ਲਈਏ। ਗੁਰੂ ਸਾਹਿਬ ਸਾਡੇ ਤੇ ਦਇਆ ਕਰੋ, ਸਾਡੇ ਤੇ ਮਿਹਰ ਕਰੋ, ਰਹਿਮਤ ਕਰੋ, ਸਾਨੂੰ ਭੁੱਲਿਆ ਨੂੰ ਆਪਣੇ ਚਰਨਾਂ ਨਾਲ ਜੋੜੋ। ਜੇ ਚਰਨਾਂ ਨਾਲ ਇਸ ਜੀਵਨ ਵਿੱਚ ਨਾ ਜੋੜਿਆ, ਨਾ ਕਿਰਪਾ ਕੀਤੀ ਪਾਤਸ਼ਾਹ, ਤੇ ਮੁੜ ਕੇ ਪੌੜੀ ਛੁਟਕੀ ਹੱਥ ਨਾ ਆਵੇ, ਪਹਿਲਾ ਜਨਮ ਗਵਾਵਣਿਆ। ਬੇਅੰਤ ਭੁੱਲਾਂ ਦੀ ਮਾਫੀ ਬੁਲਾਈਏ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।